हाँ 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 या अल्लाह तेरा शुक्र है खुशियां ਦਾ ਦਿਨ ਚੜਾਇਆ ਹੈ ਅੱਜ ਸਾਡੇ ਲਈ ਬੜੀਆਂ ਆਸਾਂ ਉਮੀਦਾਂ ਹੁੰਦੀਆਂ ਨੇ ਜਦੋਂ ਪੁੱਤ ਜੰਮ ਪੈਣ ਅੱਜ ਸਾਡੀ ਵੀ ਆਸ ਉਮੀਦ ਪੂਰੀ ਹੋਣ ਦਾ ਟਾਈਮ ਆ ਗਿਆ ਹੈ ਉਮੀਦ ਤਾਂ ਬੜੀ ਹੈ ਕਿ ਮੇਰਾ ਪੁੱਤ ਪਾਸ ਹੋ ਜਾਏਗਾ ਤੇ ਜਦੋਂ ਮੇਰਾ ਪੁੱਤ ਪਾਸ ਹੋ ਗਿਆ ਆ ਉਹ ਉੱਥੋਂ ਲਾ ਕੇ ਤੇ ਇੱਥੋਂ ਤੱਕ ਪੂਰੀ ਗਲੀ 'ਚ ਮਠਿਆਈ ਕਰ ਦੇਣੀ ਇਨਸ਼ਾ ਤਾਲਾ ਬਸ ਹੁਣ ਦੇ ਆਉਣ ਦਾ ਟਾਈਮ ਤਾਂ ਹੋਇਆ ਪਿਆ ਖੁਸ਼ਖਬਰੀ ਸੁਣਾਏਗਾ ਤੇ ਇੰਜ ਸੀਨਾ ਚੌੜਾ ਹੋ ਜਾਏਗਾ या अल्लाह उन वादे मकसद च कामयाब करी आमीन। ओ यार आज ते दिल खुश हो गया तेरे भतीजे ने फर्स्ट डिवीजन लैके दिल मेरा खुश कर दिता है 530 नंबर ले पूरे 530 मैं तो बहुत ही राजी हो गया सीरियसली। तू एक काम कर आ पैसे फड़ एडवांस पैसे फड़ ते पूरे मन लड्डू का ऑर्डर देना है मन लड्डू पूरे खानदान च लड्डू वंडने जिन्नी खुशी आ पता लगेगा मुंडा पास होया जा मेरा वीर जल्दी कर। अस्सलाम वालेकुम फरजान साहब की हाल जे वालेकुम सलाम अल्लाह दा शुक्र ਤੁਸੀਂ ਸੁਣਾਓ ठीक ठाक शुक्र अल्लाह दा अल्हम्दुलिल्लाह। ਮੈਂ ਕਿ ਗੌਰ ਕਰ ਰਿਹਾ ਸੀ ਤੁਸੀਂ ਉਸ ਭਾਈ ਨਾਲ ਬੜੇ ਹੱਸ ਕੇ ਗੱਲਾਂ ਕਰ ਰਹੇ ਸੀ ओ यार ਅੱਜ ਦਿਨ ਹੀ ਇੰਨਾ ਖੁਸ਼ੀ ਵਾਲਾ ਹੈ। ਅੱਛਾ ਜੀ ਹਾਂਜੀ ਤੁਹਾਡੇ ਭਤੀਜੇ ਨੇ ਮਾਸ਼ਾਅੱਲਾ ਫਸਟ ਡਿਵੀਜ਼ਨ ਲਈ ਹੈ ਵਾਹ ਪੂਰੇ 530 ਨੰਬਰ ਆਏ ਨੇ ਉਹਦੇ ਮੇਰਾ ਤਾਂ ਦਿਲ ਬੜਾ ਖੁਸ਼ ਆ ਮੈਂ ਤਾਂ ਮੁੰਡੇ ਨੂੰ ਭੇਜਤਾ ਮਠਾਈ ਵੀ ਪੂਰੀ ਮੈਂ ਕਿਹਾ ਮਨ ਮਠਾਈ ਲੈ ਕੇ ਆਵੀਂ। ਸਿਆਣੇ ਸੱਚ ਕਹਿੰਦੇ ਆ ਕਿ ਪੁੱਤ ਜੰਮ ਪੈਣ ਨਾ ਤੇ ਕੰਧਾਂ ਨੂੰ ਵੀ ਰੰਗ ਲੱਗ ਜਾਂਦੇ ਨੇ ਸਹੀ ਗੱਲ ਹੈ ਸਮਝ ਲੱਗੀ ਜਦੋਂ ਪੁੱਤ ਜੰਮ ਪੈਂਦੇ ਨੇ ਤੇ ਮਾਂ ਪਿਓ ਦੀ ਉਦੋਂ ਹੀ ਆਸ ਦੀ ਡੋਰੀ ਆਦੇ ਪੁੱਤ ਨਾਲ ਜੁੜ ਜਾਂਦੀ ਕਿ ਵੱਡਾ ਹੋਏਗਾ ਪੜ੍ਹੇ ਲਿਖੇਗਾ ਚੰਗੀ ਨੌਕਰੀ ਕਰੇਗਾ ਚਲੋ ਸਾਡਾ ਬਰਾਬਰ ਦਾ ਸਹਾਰਾ ਬਣ ਜਾਏਗਾ। ਹੁਣ ਜਿਵੇਂ ਤੁਹਾਡਾ ਬੱਚਾ ਪਾਸ ਹੋਇਆ ਇਨਸ਼ਾਅੱਲਾ ਤਾਲਾ ਅੱਲਾ ਖੈਰ ਕਰੇ ਮੇਰਾ ਪੁੱਤ ਵੀ ਆਉਂਦਾ ਹੋਣਾ ਤੇ ਆਪਾਂ ਉਹਦੇ ਰਾਹਾਂ 'ਚ ਫੁੱਲ ਵਿਛਾ ਦੇਣੇ ਯਾਰ ਜੇ ਤੂੰ ਮੁੰਡੇ ਨੂੰ ਘਲਾਇਆ ਸੀ ਮਠਿਆਈ ਲੈਣ ਤੇ ਮੈਨੂੰ ਜ਼ਰਾ ਦੱਸ ਦਿੰਦਾ ਮੈਂ ਘਰੇ ਕਾਹਦੇ ਵਾਸਤੇ ਘਲਾਇਆ ਤੇ ਮੈਂ ਵੀ ਮਠਿਆਈ ਮੰਗਾ ਲੈਂਦਾ ਤੇ ਪੁੱਤ ਦੀ ਖੁਸ਼ੀ ਵਾਸਤੇ। ਤੇ ਕੋਈ ਗੱਲ ਨਹੀਂ ਉਹਨੂੰ ਆਪਾਂ ਫੋਨ ਕਰ ਦਿੰਦੇ ਆ ਮਠਾਈ ਉਹਦੀ ਵੀ ਆ ਜਾਏਗੀ ਨਾਲ ਹੀ। ਮੈਂ ਕਹਿੰਦਾ ਬਾਬਾ ਜੀ ਇਹੋ ਜਿਹੀਆਂ ਖੁਸ਼ੀਆਂ ਮਨਾਉਣੀਆਂ ਨੇ ਅੱਜ ਕਿ ਲੱਗ ਪਤਾ ਜਾਣਾ ਕਿ ਮੇਰਾ ਪੁੱਤ ਉਹ ਆ ਗਿਆ ਜੀ ਮੇਰਾ ਬੱਬਰ ਸ਼ੇਰ ਉਹ ਜਿਵੇਂ ਲਓ ਜੀ ਆ ਗਿਆ ਜੁਨੇ ਨਾਲ ਲੈਂਦੇ ਪੈਸਾ ਆ ਗਈ ਵੱਡੀ ਖੁਸ਼ਖਬਰੀ ਆ ਜਾ ਆ ਜਾ ਆ ਜਾ ਅੱਗੇ ਤੇਰੇ ਚਾਚੂ ਦਾ ਮੁੰਡਾ ਪਾਸ ਹੋਇਆ ਮੈਂ ਮੇਰਾ ਸ਼ੇਰ ਵੀ ਆਉਣ ਵਾਲਾ ਸੁਣਾ ਹਾਂ ਕੀ ਗੱਲ ਆ ਬੋਲ ਤਾਂ ਸਹੀ ਉਹ ਚੁੱਪ ਕਿਉਂ ਵਾ ਉਹ ਦੱਸ ਤਾਂ ਸਹੀ ਉਹ ਬੋਲਦਾ ਕਿਉਂ ਨਹੀਂ ਹੁਣ पापा 2 सब्जेक्ट से फेल हो गए ਹੈ 2 ਸਬਜੈਕਟ ਚ ਫੇਲ ਹੋ ਗਿਆ ਓਏ ਤੂੰ ਕਰਦਾ ਕੀ ਰਿਹਾ ਵਾ ਸਾਰਾ ਸਾਲ ਜੇ ਤੂੰ ਫੇਲ ਹੋਣਾ ਸੀ ਤੇ ਅਸੀਂ ਇੰਨੇ ਪੈਸੇ ਲੈਣੇ ਤੇਰੇ ਪਿੱਛੇ ਨਹੀਂ ਮੈਂ ਮਿਹਨਤ ਕਰ ਕਰਕੇ ਕਮਾਈ ਕਰਕੇ ਤੇਰੇ ਪਿੱਛੇ ਲਾਣ ਦੇ ਤੇਰੇ ਖਰਚੇ ਭਰਨ ਡਿਆ ਵਾ ਤਾਂ ਤੂੰ ਇਹ ਤੈਨੂੰ ਵਹਾਉਣ ਵਾਸਤੇ ਮੈਨੂੰ ਛੱਡਿਆ ਵਾ ਉਹਨੇ ਤਾਂ ਬੱਚਾ ਵੇ ਪਾਸ ਹੋਇਆ ਫਸਟ ਡਿਵੀਜ਼ਨ ਤੇ ਆਇਆ ਵਾ ਹੁਣ ਮੈਂ ਸ਼ਰੀਕੇ 'ਚ ਕੀ ਮੂੰਹ ਹਾਵਾਂਗਾ ਕਿਹੜਾ ਮੂੰਹ ਲੈ ਕੇ ਜਾਵਾਂਗਾ ਸ਼ਰੀਕਾ ਕੋਲੇ ਹੈ ਉਹਨਾਂ ਦੇ ਬੱਚੇ ਪਾਸ ਹੋਏ ਤੇ ਮੇਰਾ ਬੱਚਾ ਫੇਲ ਹੋਇਆ ਆਫਰੀ ਨੇ ਯਾਰ ਮੇਰਾ ਦਿਲ ਤਾਂ ਕਰਦਾ ਤੇਰੇ ਮੂੰਹ ਤੇ ਨਹੀਂ ਥੱਪੜ ਮਾਰਾਂ ਨਹੀਂ ਮਾਰਨਾ ਨਹੀਂ ਤੁਸੀਂ ਮਾਰ ਕੇ ਇਹਨੂੰ ਕੀ ਹਾਸਲ ਹੋਣਾ ਹੈ ਤੁਸੀਂ ਇਹਦਾ ਤਾਂ ਕਸੂਰ ਹੈ ਹੀ ਹੈ ਵਾ ਤੁਸੀਂ ਇਹਦੇ ਟੀਚਰ ਦੇ ਕੋਲ ਜਾਓ ਨਾ ਇੱਕ ਦਫਾ ਉਹਦੇ ਨਾਲ ਤੇ ਗੱਲ ਕਰੋ ਜਾ ਕੇ ਸਾਰਾ ਸਾਲ ਫੀਸਾਂ ਲੈਂਦਾ ਰਿਹਾ ਭਰਾਇਆ ਉਹਨੇ ਕੀ ਇਹਨੂੰ। ਗੱਲ ਤਾਂ ਭਾਈ ਤੁਹਾਡੀ ਸਹੀ ਹੈ ਪੁੱਛਣਾ ਤਾਂ ਉਹਨਾਂ ਕੋਲ ਵੀ ਚਾਹੀਦਾ ਵਾ ਵੀ ਪੈਸੇ ਲੈਣ ਦਾ ਤੁਹਾਨੂੰ ਪਤਾ ਹਰ ਮਹੀਨੇ ਤੁਸੀਂ ਪਹਿਲੀ ਕਾਲ ਕਰ ਦਿੰਦੇ ਹੋ ਤੇ ਬੱਚੇ ਦਾ ਕੀ ਰਿਜ਼ਲਟ ਕੱਢਿਆ ਵਾ ਤੁਸੀਂ ਬੱਚੇ ਤੇ ਮਿਹਨਤ ਨਹੀਂ ਕੀਤੀ ਮੇਰਾ ਦਿਲ ਤਾਂ ਕਰਦਾ ਤੇਰੇ ਮੂੰਹ ਤੇ ਥੱਪੜ ਮਾਰਾਂ ਦਫਾ ਜਾ ਇੱਥੋਂ ਘਟੀਆ ਇਨਸਾਨ ਮੈਨੂੰ ਤਾਂ ਮੂੰਹ ਹਾਂ ਜੋਗਣ ਛੱਡਿਆ ਭਾਜੀ ਹੁਣ ਮੈਂ ਦੱਸੋ ਮੈਂ ਜਾਵਾਂ ਤੇ ਜਾਵਾਂ ਕਿੱਧਰ ਸਾਰੀ ਦੁਨੀਆ ਨੂੰ ਪਤਾ ਪਿਆ ਅੱਜ ਰਿਜ਼ਲਟ ਹੈ ਗੱਲ ਤਾਂ ਤੁਹਾਡੀ ਠੀਕ ਮੈਂ ਜਾਣਦਾ ਤੇ ਟੀਚਰ ਕੋਲੇ ਉਹਦੇ ਨਾਲ ਗੱਲ ਕਰਨਾ ਜਾ ਕੇ ਬੜੇ ਅਫਸੋਸ ਦੀ ਗੱਲ ਹੈ ਸਰ ਜੀ ਵੈਸੇ ਮੈਨੂੰ ਯਕੀਨ ਕਰੋ ਮੇਰਾ ਦਿਲ ਹੋ ਗਿਆ ਵਾ ਬੱਚਾ ਮੇਰਾ ਫੇਲ ਹੋ ਗਿਆ ਪੂਰਾ ਸਾਲ ਤੁਹਾਨੂੰ ਫੀਸਾਂ ਦੇਈਦੇ ਨੇ ਪੈਸੇ ਦੇਈਦੇ ਨੇ ਤਾਂ ਉਹਦਾ ਮਤਲਬ ਇਹ ਨਹੀਂ ਕਿ ਬੱਚਾ ਫੇਲ ਹੋ ਜਾਵੇ ਸਾਰੇ ਜਹਾਨ ਦੇ ਬੱਚੇ ਪਾਸ ਹੋਏ ਤੇ ਮੇਰਾ ਬੱਚਾ ਫੇਲ ਹੋ ਗਿਆ ਇਹ ਬੜੇ ਅਫਸੋਸ ਦੀ ਗੱਲ ਹੈ ਐਡਾ ਅੱਛਾ ਤੁਹਾਡਾ ਸਕੂਲ ਹੈ ਪੂਰੇ ਇਲਾਕੇ 'ਚ ਪੂਰੇ ਫੈਸਲਾਬਾਦ 'ਚ ਐਡਾ ਮਹਿੰਗਾ ਸਕੂਲ ਕੋਈ ਨਹੀਂ ਹੈਗਾ ਅਸੀਂ ਐਡੇ ਮਹਿੰਗੇ ਸਕੂਲ 'ਚ ਪਾਉਣ ਦਾ ਪ੍ਰਾਈਵੇਟ ਕੀ ਮਕਸਦ ਹੈਗਾ ਕਿ ਸਾਡਾ ਬੱਚਾ ਫੇਲ ਹੋ ਜਾਏ। ਜੀ ਫਰਜ਼ਾਨ ਸਾਹਿਬ ਬਹੁਤ ਸ਼ੁਕਰੀਆ ਪਹਿਲੇ ਤਾਂ ਤੁਸੀਂ ਸਾਡੇ ਕੋਲ ਤਸ਼ਰੀਫ ਲਿਆਏ ਤੇ ਮੈਨੂੰ ਤੁਸੀਂ ਇਹ ਦੱਸੋ ਕਿ ਜਦੋਂ 9th ਐਡਮਿਸ਼ਨ ਹੋਇਆ ਸੀ ਅਮਨ ਦਾ ਮੈਂ ਉਦੋਂ ਤੁਹਾਡੇ ਕੋਲ ਪੁੱਛਿਆ ਸੀ ਕਿ ਬੱਚੇ ਨੂੰ ਸਾਇੰਸ ਰਖਵਾਉਣੀ ਕਿ ਆਰਟਸ ਰਖਵਾਉਣੀ ਹੈ ਜੀ ਤੇ ਤੁਸੀਂ ਮੈਨੂੰ ਕੀ ਜਵਾਬ ਦਿੱਤਾ ਸੀ? ਸਾਇੰਸ। ਹਾਂਜੀ ਤੁਸੀਂ ਸਾਇੰਸ ਦਾ ਕਿਹਾ ਸੀ ਤੇ ਤੁਸੀਂ ਨਾਲ ਇਹ ਵੀ ਮੈਨੂੰ ਕਿਹਾ ਸੀ ਕਿ ਅਸੀਂ ਹਰ ਸੂਰਤ ਆਪਣੇ ਬੱਚੇ ਨੂੰ ਡਾਕਟਰ ਹੀ ਬਣਾਉਣਾ ਹੈ ਜੋ ਮਰਜ਼ੀ ਹੋ ਜਾਵੇ ਸਾਡਾ ਬੱਚਾ ਡਾਕਟਰ ਹੀ ਬਣਨਾ ਚਾਹੀਦਾ ਜਦ ਕਿ ਮੈਂ ਤੁਹਾਨੂੰ ਪਹਿਲੇ ਕਿਹਾ ਸੀ ਕਿ ਆਪਣੇ ਬੱਚੇ ਦਾ ਤੁਸੀਂ ਰੁਝਾਨ ਚੈੱਕ ਕਰੋ ਤੁਹਾਡਾ ਬੱਚੇ ਨੂੰ ਕੀ ਜਿਹੜੇ ਸਾਇੰਸ ਸਬਜੈਕਟਸ ਨੇ ਉਹ ਸਮਝ ਆਉਣਗੇ ਕਿ ਨਹੀਂ ਆਉਣਗੇ ਤੇ ਤੁਸੀਂ ਮੈਨੂੰ ਅੱਗੇ ਜਵਾਬ ਇਹ ਦਿੱਤਾ ਸੀ ਕਿ ਬਿਲਕੁਲ ਸਮਝ ਆਉਣਗੇ ਔਰ ਨਾ ਵੀ ਆਉਣਗੇ ਤਾਂ ਕੋਈ ਐਸੀ ਗੱਲ ਨਹੀਂ ਜੋ ਮਰਜ਼ੀ ਹੋ ਜਾਵੇ ਅਸੀਂ ਹਰ ਤਰ੍ਹਾਂ ਦਾ ਜ਼ੋਰ ਲਾ ਦੇਵਾਂਗੇ ਲੇਕਿਨ ਆਪਣੇ ਬੱਚੇ ਨੂੰ ਅਸੀਂ ਡਾਕਟਰ ਹੀ ਬਣਾਉਣਾ ਹਰ ਬੱਚੇ ਨੂੰ ਅੱਲਾਹ ਪਾਕ ਨੇ ਮੁਖਤਲਿਫ
ਇਸਤਤਾਅਤ ਦਿੱਤੀ ਹੋਈ ਹੈ। ਜਿਹੜੀ ਇੱਕ ਚੀਜ਼ ਇੱਕ ਬੱਚੇ ਨੂੰ ਸਮਝ 'ਚ ਆਉਂਦੀ ਹੈ ਉਹ ਦੂਸਰੇ ਨੂੰ ਉਸ ਵਕਤ ਪੋਸੀਬਲ ਹੈ ਕਿ ਸਮਝ ਨਾ ਆ ਰਹੀ ਹੋਵੇ। ਇਹਦੀ ਮੈਂ ਮਿਸਾਲ ਇਸ ਤਰ੍ਹਾਂ ਦਿੰਨਾ ਕਿ ਸਾਡੇ ਕਲਾਸਰੂਮ 'ਚ ਇੱਕ ਵਕਤ 'ਚ 50 ਬੱਚੇ ਬੈਠੇ ਹੁੰਦੇ ਨੇ। ਜਿਹੜਾ ਲੈਕਚਰ ਦੇਣ ਵਾਲਾ ਟੀਚਰ ਹੈ ਉਹ 50 ਬੱਚਿਆਂ ਨੂੰ ਇਕੁਅਲੀ ਉਹ ਲੈਕਚਰ ਦੇ ਰਿਹਾ ਹੁੰਦਾ, ਲੇਕਿਨ ਉਹਨਾਂ 50 ਬੱਚਿਆਂ ਨੂੰ ਮੁxtਲਿਫ ਅੰਦਾਜ਼ 'ਚ ਉਸ ਲੈਕਚਰ ਦੀ ਸਮਝ 'ਚ ਆ ਰਹੀ ਹੁੰਦੀ ਹੈ। ਇੱਕ ਐਸਾ ਵੀ ਬੱਚਾ ਸਾਡੀ ਕਲਾਸ 'ਚ ਬੈਠਾ ਹੁੰਦਾ ਹੈ ਜਿਹੜਾ ਲੈਕਚਰ ਲੈਣ ਤੋਂ ਫੌਰਨ ਬਾਅਦ ਵੀ ਟੈਸਟ ਅਗਰ ਲਓ ਤੇ ਉਹਦਾ ਅੱਛਾ ਰਿਸਪੌਂਸ ਦੇ ਸਕਦਾ ਹੈ, ਲੇਕਿਨ ਇੱਕ ਉਹ ਵੀ ਬੱਚਾ ਜਿਹਨੂੰ ਉਹੀ ਲੈਕਚਰ ਤੁਸੀਂ 3 ਵਾਰੀ ਵੀ ਦਿਓਗੇ ਤੇ ਸ਼ਾਇਦ ਉਹ ਉਨਾ ਅੱਛਾ ਪਰਫਾਰਮ ਨਹੀਂ ਕਰ ਸਕਦਾ। ਅੱਲਾਹ ਪਾਕ ਨੇ ਹਰ ਬੱਚੇ ਦਾ ਡਿਫਰੈਂਟ ਰੁਝਾਨ ਰੱਖਿਆ। ਨਾਲੇ ਤੁਹਾਨੂੰ ਪਹਿਲੇ ਆਪਣੇ ਬੱਚੇ ਦਾ ਦੇਖਣਾ ਚਾਹੀਦਾ ਸੀ ਕਿ ਬੱਚਾ ਕਿਸ ਸਬਜੈਕਟ 'ਚ ਜਾਣਾ ਚਾਹ ਰਿਹਾ। ਤੁਸੀਂ ਉਹਨੂੰ ਉਸ ਕਸ਼ਤੀ 'ਚ ਸਵਾਰ ਕਰ ਦਿੱਤਾ ਹੈ ਜਿੱਥੇ ਜਿਸ ਦਰਿਆ ਜਿਸ ਸਮੁੰਦਰ 'ਚ ਉਹ ਬੱਚਾ ਸਫ਼ਰ ਕਰਨਾ ਹੀ ਨਹੀਂ ਚਾਹ ਰਿਹਾ। ਤੁਹਾਡਾ ਬੱਚਾ, ਮੈਂ ਉਹਦਾ ਰੁਝਾਨ ਹਮੇਸ਼ਾ ਦੇਖਿਆ, ਉਹਨੂੰ ਫਾਈਨ ਆਰਟਸ 'ਚ ਦਿਲਚਸਪੀ ਹੈ, ਉਹਨੂੰ ਮਿਊਜ਼ਿਕ ਅੱਛਾ ਲੱਗਦਾ ਹੈ, ਉਹਨੂੰ ਰੰਗਾਂ ਨਾਲ ਖੇਲਣਾ ਅੱਛਾ ਲੱਗਦਾ ਹੈ, ਉਹਨੂੰ ਟੈਕਸਟਾਈਲ ਡਿਜ਼ਾਈਨਿੰਗ ਅੱਛੀ ਲੱਗਦੀ ਹੈ। ਤੁਸੀਂ ਉਹਨੂੰ ਕਹਿ ਰਹੇ ਹੋ ਕਿ ਤੂੰ ਬਾਇਓ ਪੜ੍ਹ, ਤੂੰ ਕੈਮਿਸਟਰੀ ਪੜ੍ਹ, ਤੂੰ ਮੈਥਮੈਟਿਕਸ ਪੜ੍ਹ, ਤੇ ਉਹ ਕਿਸ ਤਰ੍ਹਾਂ ਬੱਚਾ ਤੁਹਾਡਾ ਇਸ ਸਬਜੈਕਟ ਦੇ ਵਿੱਚ ਉਹ ਫਲੋਰਿਸ਼ ਕਰ ਸਕਦਾ ਜਾਂ ਤਰੱਕੀ ਕਰ ਸਕਦਾ ਹੈ। ਤੁਸੀਂ ਆਪਣੇ ਬੱਚੇ ਨੂੰ ਦੂਸਰੇ ਬੱਚੇ ਨਾਲ ਕੰਪੈਰੀਜ਼ਨ ਕਰਦੇ ਹੋ, ਉਹਨੂੰ ਅਗਰ ਗਾਲੀਆਂ ਦਿੰਦੇ ਹੋ, ਉਹਨੂੰ ਬੁਰਾ ਭਲਾ ਕਹਿੰਦੇ ਹੋ, ਉਹਨੂੰ ਤੁਸੀਂ ਕਿਸੇ ਵੀ ਤਰੀਕੇ ਨਾਲ ਅਗਰ ਪ੍ਰੈਸ਼ਰਾਈਜ਼ ਕਰਦੇ ਹੋ ਤੇ ਬੱਚਾ ਸਾਈਕੋ ਹੋ ਜਾਂਦਾ ਹੈ। ਬੱਚਾ ਅਹਿਸਾਸੇ ਕਮਤਰੀ ਦਾ ਸ਼ਿਕਾਰ ਹੋ ਜਾਂਦਾ ਹੈ। ਬੱਚਾ ਇਹ ਸੋਚਣ ਲੱਗ ਜਾਂਦਾ ਹੈ ਕਿ ਮੈਂ ਸ਼ਾਇਦ ਦੂਸਰੇ ਬੱਚਿਆਂ ਨਾਲੋਂ ਬਹੁਤ ਘੱਟ ਹਾਂ, ਉਹਦੇ ਨਾਲੋਂ ਕਮਤਰ ਹਾਂ, ਮੈਂ ਸ਼ਾਇਦ ਕਾਬਲੇ ਨਫ਼ਰਤ ਹਾਂ, ਮੈਂ ਇਸ ਕਾਬਲ ਨਹੀਂ ਕਿ ਮੈਂ ਆਪਣੇ ਵਾਲਿਦੈਨ ਦਾ ਫਖਰ ਬਣ ਸਕਾਂ ਜਾਂ ਉਹਨਾਂ ਲਈ ਕੋਈ ਆਸਾਨੀ ਪੈਦਾ ਕਰ ਸਕਾਂ। ਅਸਲ 'ਚ ਤੇ ਗੱਲ ਹੀ ਨਹੀਂ। ਅਸਲ 'ਚ ਤੇ ਅੱਲਾਹ ਤਾਲਾ ਨੇ ਬਣਾਉਣ ਵਾਲੇ ਨੇ ਉਹਨੂੰ ਬਣਾਇਆ ਕਿਸੇ ਹੋਰ ਮਕਸਦ ਲਈ ਹੈ। ਤੁਸੀਂ ਉਹਨੂੰ ਕਿਸੇ ਹੋਰ ਮਕਸਦ ਨਾਲ ਜ਼ਬਰਦਸਤੀ ਤੋਰਨ ਡਏ ਹੋ ਕਿ ਨਹੀਂ ਤੂੰ ਤੇ ਇੰਜੀਨੀਅਰ ਬਣਨਾ ਹੈ, ਨਹੀਂ ਤੂੰ ਤੇ ਡਾਕਟਰ ਬਣਨਾ ਹੈ, ਤੂੰ ਤਾਂ ਬਾਇਓਲੋਜੀ ਪੜ੍ਹਨੀ, ਤੂੰ ਤਾਂ ਫਿਜ਼ਿਕਸ ਤੇ ਮੈਥਮੈਟਿਕਸ ਹੀ ਪੜ੍ਹਨੀ। ਜਿਹੜਾ ਪੋਜੀਸ਼ਨ ਹੋਲਡਰ ਬੱਚੇ ਨੇ ਨਾ, ਜਿਹੜੇ ਬਹੁਤ ਲਾਇਕ ਬੱਚੇ ਹੁੰਦੇ ਨੇ, ਤੁਸੀਂ ਉਹਨਾਂ ਦਾ ਪੂਰਾ ਕਰੀਅਰ ਚੁੱਕ ਕੇ ਦੇਖ ਲਓ। ਉਹ ਬੱਚਾ ਪਹਿਲੀ ਜਮਾਤ ਤੋਂ ਲੱਗ ਕੇ ਜਿੱਥੇ ਤੱਕ ਉਹਨੇ ਤਾਲੀਮ ਹਾਸਲ ਕੀਤੀ ਹੈ, ਉਹ ਯਕੀਨਨ ਉੱਥੇ ਤੱਕ ਟੌਪ ਕਰਦਾ ਆ ਰਿਹਾ ਹੁੰਦਾ ਹੈ, ਜਾਂ ਉਹ ਟੌਪ 3 'ਚ ਹੁੰਦਾ ਹੈ, ਜਾਂ ਹਮੇਸ਼ਾ ਨੁਮਾਇਆ ਨੰਬਰ ਤੇ ਨੁਮਾਇਆ ਪੋਜੀਸ਼ਨ ਲੈ ਰਿਹਾ ਹੁੰਦਾ ਹੈ, ਕਿਉਂਕਿ ਉਹਦੀ ਮੈਨੂਫੈਕਚਰਿੰਗ ਇਸ ਤਰ੍ਹਾਂ ਹੋਈ ਹੁੰਦੀ ਹੈ। ਉਹ ਬੱਚਾ, ਉਹਨੂੰ ਫਿਰ ਮੈਟਰ ਨਹੀਂ ਕਰਦਾ। ਤੁਹਾਨੂੰ ਇੰਪੋਰਟੈਂਟ ਗੱਲ ਦੱਸਾਂ, ਤੁਸੀਂ ਡਿਸਕਸ ਕਰ ਰਹੇ ਸੀ ਨਾ ਕਿ ਮਹਿੰਗੇ ਸਕੂਲ 'ਚ ਪੜ੍ਹਾਇਆ ਤੇ ਮਹਿੰਗੀਆਂ ਟਿਊਸ਼ਨਾਂ ਪੜ੍ਹਾਈਆਂ। ਤੁਸੀਂ ਜਿਹੜਾ ਪੋਜੀਸ਼ਨ ਹੋਲਡਰ ਬੱਚਾ ਹੈ, ਜਿਹਦਾ ਦਿਮਾਗ ਤਾਲੀਮ 'ਚ ਚੱਲਦਾ ਹੈ, ਉਹਨੂੰ ਤੁਸੀਂ ਕਿਸੇ ਗਵਰਨਮੈਂਟ ਸਕੂਲ 'ਚ ਪਾ ਦਿਓ, ਉਹਨੂੰ ਬਿਲਕੁਲ ਅਕੈਡਮੀ ਵੀ ਨਾ ਪੜ੍ਹਾਓ, ਉਹ ਬੱਚਾ ਤੁਹਾਨੂੰ ਫਿਰ ਵੀ ਟੌਪ ਕਰਕੇ ਦਿਖਾ ਦੇਗਾ, ਕਿਉਂਕਿ ਉਹਦੇ ਦਿਮਾਗ ਦਾ ਰੁਝਾਨ ਉੱਧਰ ਹੈ। ਉਹਨੂੰ ਚੀਜ਼ਾਂ ਸਮਝ 'ਚ ਜਲਦੀ ਆਉਂਦੀਆਂ ਨੇ। ਉਹ 50 ਬੱਚਿਆਂ 'ਚੋਂ ਬੈਠਾ ਵੀ ਉਸ ਚੀਜ਼ ਨੂੰ ਸਭ ਨਾਲੋਂ ਪਹਿਲੇ ਪਿਕ ਕਰ ਲੈਂਦਾ, ਜਿਹਨੂੰ ਉਹ 50 ਬੱਚੇ ਜਿਹੜੇ ਨੇ 2 ਦਫਾ ਲੈਕਚਰ ਸੁਣ ਕੇ ਵੀ ਪਿਕ ਨਹੀਂ ਕਰ ਸਕਦੇ। ਇਸ ਲਈ ਆਪਣੇ ਬੱਚਿਆਂ ਦਾ ਕਦੀ ਵੀ ਦੂਸਰੇ ਬੱਚਿਆਂ ਨਾਲ ਕੰਪੈਰੀਜ਼ਨ ਨਾ ਕਰੋ। ਅਸੀਂ ਪੂਰੀ ਤਵੱਜੋ ਨਾਲ ਹਰ ਬੱਚੇ ਨੂੰ ਪੜ੍ਹਾਈਦਾ, ਇਕੁਅਲੀ ਪੜ੍ਹਾਈਦਾ, ਲੇਕਿਨ ਟੀਚਰ ਦੇ ਵਾਸਤੇ ਸਿਰਫ ਇੰਨਾ ਹੈ ਨਾ ਕਿ ਉਹ ਕਿਸੇ ਬੱਚੇ ਨੂੰ ਜ਼ਿਆਦਾ ਤਵੱਜੋ ਨਾਲ ਪੜ੍ਹਾ ਸਕਦਾ ਹੈ, ਇੰਡੀਵਿਜੂਅਲੀ ਵੀ ਉਹਦੇ ਤੇ ਤਵੱਜੋ ਦੇ ਸਕਦਾ ਹੈ। ਮੈਂ ਅਮਨ ਨੂੰ ਬਹੁਤ ਮਰਤਬਾ ਇਸ ਤਰ੍ਹਾਂ ਵੀ ਹੋਇਆ ਕਿ ਲੈਕਚਰ ਤੋਂ ਬਾਅਦ ਵੀ ਟਾਈਮ ਦਿੱਤਾ ਹੈ, ਲੇਕਿਨ ਉਹ ਬੱਚੇ ਦੀ ਰਿਸੈਪਸ਼ਨ ਪਾਵਰ ਉਨੀ ਅੱਛੀ ਨਹੀਂ ਹੈ, ਉਹ ਉਨਾ ਅੱਛਾ ਕਨਸੀਵ ਕਰ ਨਹੀਂ ਪਾਉਂਦਾ ਸਾਡੇ ਲੈਕਚਰਸ ਨੂੰ, ਕਿਉਂਕਿ ਉਹਦੀ ਤਵੱਜੋ ਕੁਛ ਹੋਰ ਹੈ, ਉਹਦੀ ਰੂਹ ਫਰਜ਼ੰਦ ਸਾਹਿਬ ਕੁਛ ਹੋਰ ਹੈ, ਤੁਹਾਡਾ ਬੱਚਾ ਕੁਛ ਹੋਰ ਕਰਨਾ ਚਾਹੁੰਦਾ ਹੈ। ਨਾਲੇ ਫਰਜ਼ੰਦ ਸਾਹਿਬ ਪਰੇਸ਼ਾਨੀ ਕਿਸ ਚੀਜ਼ ਦੀ ਹੈ? 2 ਸਪਲੀਆਂ ਹੈ ਨਾ ਉਹਦੀਆਂ, ਜੀ ਜੀ, ਤੇ ਕੀ ਜ਼ਿੰਦਗੀ ਖਤਮ ਹੋ ਗਈ ਹੈ? ਕਿਸ ਚੀਜ਼ ਦੀ ਮਾਯੂਸੀ ਹੈ ਕਿ ਅੱਗੇ ਵਾਲੀ ਜ਼ਿੰਦਗੀ ਬੱਚੇ ਦੀ ਸਾਰੀ ਫਨਾ ਹੋ ਗਈ? ਕੁਛ ਵੀ ਨਹੀਂ ਹੋਇਆ ਹੈ। ਇਸ ਚੀਜ਼ ਦਾ ਇੰਨਾ ਬਰਡਨ ਨਾ ਲਓ। ਇਸ ਜ਼ਿੰਦਗੀ ਦੇ ਵਿੱਚ ਉਹੀ ਲੋਕ ਅੱਗੇ ਜਾਂਦੇ ਨੇ ਜਿਹੜੇ ਕਿਤੇ ਨਾ ਕਿਤੇ ਨਾਕਾਮੀਆਂ ਦਾ ਸਾਹਮਣਾ ਕਰਦੇ ਨੇ। ਆਪਣੇ ਬੱਚੇ ਨੂੰ ਕੌਨਫੀਡੈਂਸ ਦਿਓ, ਉਹਨੂੰ ਹੌਸਲਾ ਦਿਓ, ਉਹਨੂੰ ਬਿਠਾਓ, ਉਹਨੂੰ ਤਸੱਲੀ ਨਾਲ ਪੁੱਛੋ ਕਿ ਬੇਟਾ ਤੂੰ ਅਸਲ 'ਚ ਕੀ ਕਰਨਾ ਚਾਹ ਰਿਹਾ? ਤੈਨੂੰ ਸਾਇੰਸ ਸਮਝ ਆਉਂਦੀ ਹੈ ਜਾਂ ਨਹੀਂ ਆਉਂਦੀ? ਬੇਟਾ ਤੂੰ ਆਰਟਸ ਤੇ ਨਹੀਂ ਰੱਖਣਾ ਚਾਹ ਰਿਹਾ? ਅਗਰ ਤੁਹਾਡਾ ਬੱਚਾ ਕਹਿੰਦਾ ਹੈ ਕਿ ਨਹੀਂ ਮੈਂ ਸਾਇੰਸ ਨਾਲ ਕਰ ਸਕਦਾ, ਫਿਰ ਰਿਪੀਟ ਕਰਵਾ ਲਓ ਨਾ। ਕੋਈ ਇਹ ਉਹਦੀ ਜ਼ਿੰਦਗੀ ਦੀ ਆਖਰੀ ਗਲਤੀ ਤੇ ਨਹੀਂ ਹੈ। ਅਗਰ ਉਹਨੇ ਗਲਤੀ ਕੀਤੀ ਹੈ, ਬੱਚਾ ਫੇਲ ਹੋ ਗਿਆ, ਉਹਨੂੰ ਰਿਪੀਟ ਕਰਵਾ ਲਓ, ਉਹਨੂੰ ਪਿਆਰ ਨਾਲ ਸ਼ਫਕਤ ਨਾਲ ਇੱਕ ਹੋਰ ਮੌਕਾ ਦਿਓ, ਉਹ ਰਿਪੀਟ ਕਰਕੇ ਇੰਪਰੂਵ ਕਰ ਲਵੇ ਆਪਣੇ ਦੋਨੋਂ ਸਬਜੈਕਟ। ਔਰ ਅਗਰ ਉਹ ਕਹਿੰਦਾ ਹੈ ਕਿ ਨਹੀਂ ਮੈਨੂੰ ਸਾਇੰਸ ਸਮਝ 'ਚ ਨਹੀਂ ਆਉਂਦੀ ਹੈ, ਉਹਨੂੰ ਆਰਟਸ ਰਖਵਾਓ। ਖੁਦਾ ਦਾ ਵਾਸਤਾ ਹੈ, ਉਹਦੇ ਅੰਦਰ ਨੂੰ ਸਮਝੋ, ਉਹਦੇ ਰੂਹ ਦੀ ਆਵਾਜ਼ ਨੂੰ ਸਮਝੋ, ਉਹਦੇ ਟੈਲੈਂਟ ਨੂੰ ਸਮਝੋ। ਤੁਸੀਂ ਸ਼ਰੀਕੇ ਦੀ ਗੱਲ ਕਿਉਂ ਸੋਚ ਰਹੇ ਹੋ? ਸ਼ਰੀਕੇ ਨੂੰ ਮੂੰਹ ਦਿਖਾਣਾ। ਆਪਣੇ ਬੱਚੇ ਤੋਂ ਹੱਥ ਤੋਂ ਬੈਠੋਗੇ, ਜਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਡਾਂਟ ਰਹੇ ਹੋ, ਜਿਸ ਤਰ੍ਹਾਂ ਤੁਸੀਂ ਉਹਨੂੰ ਝਿੜਕ ਰਹੇ ਹੋ, ਤਾਨੇ ਮਾਰ ਰਹੇ ਹੋ, ਬੱਚੇ ਨੂੰ ਤਾਂ ਤੁਸੀਂ ਅੰਦਰੋਂ ਮਾਰ ਦਿੱਤਾ। ਉਹ ਬੱਚਾ ਅਹਿਸਾਸੇ ਕਮਤਰੀ ਦਾ ਸ਼ਿਕਾਰ ਹੋ ਕੇ ਡਿਪਰੈਸ਼ਨ 'ਚ ਆ ਕੇ ਉਲਟਾ ਸਿੱਧਾ ਕਦਮ ਚੁੱਕ ਲਏਗਾ। ਫਿਰ ਕਿੱਥੋਂ ਲੱਭੋਗੇ? ਇਕਲੌਤਾ ਤੁਹਾਡਾ ਬੇਟਾ ਹੈ, ਤੁਹਾਡੀ ਦੁਨੀਆ, ਤੁਹਾਡੀ ਕਾਇਨਾਤ ਤੁਹਾਡਾ ਬੇਟਾ ਹੈ ਨਾ। ਜੀ ਜੀ, ਤੇ ਫਿਰ ਤੁਸੀਂ ਕਿਉਂ ਇੰਨੀ ਐਕਸਟ੍ਰੀਮ ਤੇ ਜਾ ਰਹੇ ਹੋ ਮਹਿਜ਼ ਉਹਦੀ ਇੱਕ ਨਾਕਾਮੀ ਨਾਲ? ਅਗਰ ਤੁਸੀਂ ਉਹਨੂੰ ਉਸ ਡਿਪਾਰਟਮੈਂਟ 'ਚ ਲਿਜਾਓਗੇ ਨਾ, ਉਹਨਾਂ ਸਬਜੈਕਟਸ 'ਚ ਲਿਜਾਓਗੇ ਜਿਹੜੇ ਉਹ ਕਰਨਾ ਚਾਹ ਰਿਹਾ ਹੈ, ਯਕੀਨ ਕਰੋ ਤੁਹਾਡਾ ਨਾਮ ਰੋਸ਼ਨ ਕਰੇਗਾ। ਇਹੀ ਬੱਚਾ ਤੁਹਾਨੂੰ ਕਾਮਯਾਬ ਹੋ ਕੇ ਦਿਖਾਏਗਾ। ਬੜੀ ਮਿਹਰਬਾਨੀ ਸਰ ਜੀ, ਮਾਸ਼ਾਅੱਲਾ ਤੁਸੀਂ ਬੜੇ ਅੱਛੇ ਤਰੀਕੇ ਨਾਲ ਮੈਨੂੰ ਵੀ ਸਮਝਾਇਆ ਤੇ ਮੇਰੀ ਗੱਲ ਸਮਝ 'ਚ ਆ ਗਈ। ਅਸਲ 'ਚ ਮੇਰੇ ਛੋਟੇ ਭਾਈ ਦਾ ਨਾ ਬੱਚਾ ਡਾਕਟਰ ਆ, ਠੀਕ ਹੈ, ਮੇਰਾ ਵੀ ਦਿਲ ਕਰਦਾ ਸੀ ਕਿ ਮੇਰਾ ਬੱਚਾ ਵੀ ਡਾਕਟਰ ਬਣੇ, ਲੇਕਿਨ ਤੁਸੀਂ ਸਮਝਾਤੀ ਇਹ ਗੱਲ ਮੇਰੇ ਅਕਲ ਦੇ ਖਾਨੇ 'ਚ ਪਾਤੀ ਕਿ ਜ਼ਬਰਦਸਤੀ ਤੇ ਧੌਂਸਬਾਜ਼ੀ ਨਾਲ ਬੱਚੇ ਕਾਮਯਾਬ ਨਹੀਂ ਹੁੰਦੇ।
ਇਹ ਪਿਆਰ ਨਾਲ ਹੀ ਹੁੰਦੇ ਆ। ਤੇ ਜੋ ਮੇਰਾ ਬੇਟਾ ਚਾਹਦਾ ਹੈ ਇਨਸ਼ਾਅੱਲਾ ਤਾਲਾ ਮੈਂ ਉਹੀ ਕਰਾਵਾਂਗਾ। ਤੁਹਾਡੀ ਬਹੁਤ ਮਿਹਰਬਾਨੀ, ਸ਼ੁਕਰੀਆ ਸਰ ਜੀ।